खाते सन सारे अप्रोच करते हैं। बीजेपी नो वोट ਜਿਹੜਾ ਤੁਸੀਂ ਸਲੋਗਨ ਲੈ ਕੇ ਗਏ ਸੀ ਕਿੰਨਾ ਕੁ ਲੋਕਾਂ ਨੇ ਉੱਥੇ ਹੁੰਗਾਰਾ ट्रमेंडस रिस्पॉन्स है। अज स्थिति ये है, ओपन सीक्रेट है भी दो उन्होंने कैंडीडेट भज गए इलैक्शन लड़न कंपेन चो पिछे आ गए। अमित शाह नूं किसानां ने आके नारे मारन लग पे, स्टेज छड़ के भज तुरिया डिग पिया। ਗਾਲਿਆ ਤੇ ਜਿਹੜੇ ਰਾਜਪਾਲ ਨੇ ਉਹਨਾਂ ਵੱਲੋਂ ਵੀ ਬੜੇ ਪੋਜ਼ਿਟਿਵ ਵਿਚਾਰ ਆਉਂਦੇ ਨੇ। देखो हौली हौली देखोगे आने वाले दिनों में बहुत सारे लीडर बीजेपी चो बगावत करेंगे। एक जोड़ी है मोदी ते शाद ਜਿਹੜੀ ਜਿੱਦ ਫੜੀ ਇਹਦੇ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਵੀ ਕਾਨੂੰਨ ਬਣਿਆ ਵਿੱਚੋਂ ਵਿਰੋਧ ਪੈਦਾ ਬਦਕਿਸਮਤੀ ਹੈ ਵੀ ਸਰਕਾਰ ਨੇ ਗੱਲ ਵੀ ਸੁਣੀ, ਮੀਟਿੰਗਾਂ ਵੀ 11 ਕੀਤੀਆਂ। ਉਹਨੂੰ ਜਦੋਂ ਇਹ ਅਹਿਸਾਸ ਹੋਇਆ ਵੀ ਅਸੀਂ ਪੰਗਾ ਗਲਤ ਲੈ ਲਿਆ, ਉਹ ਹੁਣ ਰਾਜ ਹੱਟ 'ਚ ਫਸੇ ਹੋਏ। ਸਚਾਰ ਲੋਕ ਵੀ ਚਾਹੁੰਦੇ ਨੇ, ਕਿਸਾਨ ਵੀ ਚਾਹੁੰਦੇ ਨੇ ਕਿ ਅੱਛੇ ਨਤੀਜੇ ਨਿਕਲਣ, ਔਰ ਇਹ ਕਦੋਂ ਨਿਕਲਦੇ ਨੇ ਇਹ ਸਰਕਾਰ ਤੇ ਡਿਪੈਂਡ ਕਰਦਾ। ਬੀਜੇਪੀ ਦੀ ਗੱਲ ਨਾ ਸੁਣ ਕੇ ਇਹ ਸਿਰਫ ਕਾਰਪੋਰੇਟਾਂ ਦੀ ਗੱਲ ਬਿਲਕੁਲ ਇਹਦੇ ਕੋਈ ਭੁਲੇਖਾ ਨਹੀਂ। ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖੋ, ਅੱਜ ਤੱਕ ਉਹ ਜੋ ਕੁਝ ਕੀਤਾ ਵੇਚੋ ਦੀ ਲਿਸਟ ਨਾਲ ਲਾ ਇਹ ਕਰਕੇ ਸਭ ਵੇਚ ਰਹੇ ਨੇ। ਜਿਹੜੀਆਂ PSUs ਮੁਨਾਫੇ 'ਚ ਨੇ, LIC ਮੁਨਾਫੇ 'ਚ ਹੁਣ ਵੇਚੇ। ਮੋਦੀ ਦਾ ਏਜੰਡਾ ਵੀ ਉਹਨੇ ਸਿਰਫ 4 ਮਹਿਕਮੇ ਰੱਖਣੇ, ਬਾਕੀ ਸਭ ਕੁਝ ਪ੍ਰਾਈਵੇਟ ਕਰ ਦੇਣਾ। ਔਰ तेल सेक्टर च अंबानी, डिफेंस सेक्टर च अबानी, कम्युनिकेशन च अबानी, कोल सेक्टर च अडानी, रेलवे च अडानी, हवाई अड्डे च अबानी, बंदरगाह च अडानी, ते हुण खेती सेक्टर रह गया ਇਹਦੇ ਤੇ ਆ ਗਏ ਕਿ ਫੂਡ ਸ਼ਾਰਟੇਜ ਰਹਿਣੀ। ਫਿਰ ਕਾਰਪੋਰੇਟ ਹਾਊਸਿਸ ਨੇ ਸੋਚਿਆ ਦੁਨੀਆ 'ਚ ਉਹ ਜ਼ਮੀਨ ਵਾਲੇ ਪਾਸੇ ਨੂੰ ਭੱਜ ਰਹੇ ਨੇ। ਬਿਲ ਗੇਟਸ ਨੇ 3.25 ਲੱਖ ਏਕੜ ਜ਼ਮੀਨ ਹੁਣ ਖਰੀਦੀ ਅਮਰੀਕਾ 'ਚ, ਤੇ ਵਾਲਮਾਰਟ 80% ਜ਼ਮੀਨ ਦਾ ਮਾਲਕ। ਉਹ ਜਿੰਨੇ ਕਾਰਪੋਰੇਟ ਹਾਊਸਿਸ ਨੇ ਇਹੀ ਚਾਹੁੰਦੇ ਨੇ ਵੀ ਇਹ ਸੈਕਟਰ ਸਾਡੇ ਹੱਥ 'ਚ ਆ ਜਾਏ। ਉਹ ਆਪਣੇ ਗੋਦਾਮਾਂ ਵਿੱਚ ਅਨਾਜ ਜਮ੍ਹਾਂ ਕਰਨਗੇ, ਆਪਣੀ ਮਰਜ਼ੀ ਨਾਲ ਵੇਚਣਗੇ, ਲੋਕੀ ਬਾਹਰ ਭੁੱਖੇ ਮਰਨ। ਅੰਬਾਨੀ ਦੇ ਜਿਹੜਾ ਘਰ ਹੈਗਾ ਉਹਦੇ ਅੱਗਿਓਂ ਇੱਕ ਗੱਡੀ ਫੜੀ ਜਾਂਦੀ ਹੈ, ਉਹਦੇ 'ਚ ਸਮੱਗਰੀ ਫੜੀ ਜਾਂਦੀ ਹੈ ਇਹੋ ਜੀ। ਕੀ ਲੱਗਦਾ ਹੈ ਵੀ ਉਹਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਉਹਦੇ ਨਾਲ ਕੀ ਸੰਬੰਧ ਹੈ? ਕਿਸਾਨੀ ਅੰਦੋਲਨ ਨਾਲ ਕੀ ਸੰਬੰਧ ਹੋਊਗਾ? ਚਾਹੁੰਦੇ ਹੁਣ ਵੀ ਅਸੀਂ ਇਹਨੂੰ ਜੋੜ ਕੇ ਤੇ ਅੰਦੋਲਨ ਨੂੰ ਖਤਮ। ਰਾਏ ਪੀਸਫੁਲ ਸੀ, ਐਜੀਟੇਸ਼ਨ ਪੀਸਫੁਲ ਹੈ, ਪੀਸਫੁਲ ਰਹੇਗੀ। ਸਰਕਾਰ ਆਪਣੀ ਸਾਜ਼ਿਸ਼ ਕੋਈ ਘੜਦੀ ਹੈ, ਕੁਝ ਜੋ ਕੁਝ ਕਰਦੀ ਹੈ ਉਹ ਜਾਣੇ। ਤੁਸੀਂ ਦੇਖ ਰਹੇ ਹੋ KTV UK ਤੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਧਰਤੀ ਸਰਹੰਦ ਵਿੱਚ ਜਿੱਥੇ ਮਹਾ ਰੈਲੀ ਹੋਈ ਹੈ, ਉੱਥੇ ਸਾਡੇ ਨਾਲ ਮੌਜੂਦ ਨੇ ਬਲਬੀਰ ਸਿੰਘ ਰਾਜੇਵਾਲ ਜੀ। ਸੋ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ, ਇੱਕ ਬਹੁਤ ਪੋਜ਼ਿਟਿਵ ਰਿਸਪੌਂਸ ਆਇਆ। ਇੱਥੇ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਸਨ, ਇੱਥੇ ਨੌਜਵਾਨ ਵੀ ਸਨ, ਇੱਥੇ ਬਜ਼ੁਰਗ ਵੀ ਸਨ। ਸੋ ਬਲਬੀਰ ਸਿੰਘ ਰਾਜੇਵਾਲ ਦੀ ਜੋ ਜਾਣਦੇ ਆ ਕਿ ਉੱਥੇ ਹੁੰਗਾਰਾ ਕਿੰਨਾ ਸੀਗਾ ਇਸ ਰੈਲੀ ਨੂੰ ਮਿਲਿਆ, ਕਿਉਂਕਿ ਬੀਤੇ ਦਿਨ ਅਸੀਂ ਦੇਖਿਆ ਹੈ ਖਟਕਲ ਕਲਾਂ ਦੇ ਵਿੱਚ ਵੀ ਰੈਲੀ ਕੀਤੀ ਗਈ ਆ। ਉਸ ਤੋਂ ਇਲਾਵਾ ਦਿੱਲੀ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਲਬੀਰ ਸਿੰਘ ਰਾਜੇਵਾਲ ਜੀ, ਅੱਜ ਰੈਲੀ ਹੋਈ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਤੀ ਦੇ ਉੱਪਰ, ਜਿੱਥੇ ਸਰਹੰਦ ਨੂੰ ਫਤਿਹ ਕਰਕੇ ਜਿਹੜੀਆਂ ਜ਼ਮੀਨਾਂ ਸੀਗੀਆਂ ਕਿਸਾਨਾਂ ਨੂੰ ਦਿੱਤੀਆਂ ਗਈਆਂ। ਅੱਜ ਫਿਰ ਉਹੀ ਆਵਾਜ਼ ਇੱਥੋਂ ਉੱਠਦੀ ਨਜ਼ਰ ਆ ਰਹੀ ਹੈ, ਉਹੀ ਮਾਹੌਲ ਬਣਿਆ ਹੋਇਆ। ਸਰਕਾਰਾਂ ਚਾਹੁੰਦੀਆਂ ਨੇ ਫਿਰ ਤੋਂ ਜ਼ਮੀਨਾਂ ਖੋਲੀਆਂ ਜਾਣ, ਤੇ ਅੱਜ ਉਸੇ ਧਰਤੀ ਦੇ ਉੱਤੇ ਇਨਕਲਾਬ ਜਿਹੜਾ ਹੈ ਵੱਡੇ ਪੱਧਰ ਤੇ ਦੇਖਣ ਨੂੰ ਮਿਲਿਆ। ਕਿਵੇਂ ਦੇਖਦੇ ਹੋ? ਦੇਖੋ, ਤਾਕਤ ਤਾਂ ਮਿਲਦੀ ਹੈ ਜਦੋਂ ਤੁਸੀਂ ਤੁਹਾਡਾ ਇਤਿਹਾਸ ਨਾਲ ਜੁੜ ਕੇ ਦੇਖੋਗੇ, ਜਦੋਂ ਤੁਸੀਂ ਜ਼ਮੀਨ ਨਾਲ ਜੁੜ ਕੇ ਦੇਖੋਗੇ। ਇਹੋ ਜਿਹੀ ਧਰਤੀ ਤੋਂ ਜਿੱਥੋਂ ਕਿਸਾਨੀ ਦੀਆਂ ਜੜ੍ਹਾਂ ਮਜ਼ਬੂਤ ਹੋਈਆਂ, ਇੱਥੋਂ ਜਦੋਂ ਤੁਹਾਨੂੰ ਹੁਲਾਰਾ ਮਿਲੇਗਾ, ਡੈਫੀਨੇਟਲੀ ਤੁਸੀਂ ਗੇਨ ਕਰੋਗੇ। ਮੇਘਾਲਿਆ ਦੇ ਜਿਹੜੇ ਰਾਜਪਾਲ ਨੇ ਉਹਨਾਂ ਵੱਲੋਂ ਵੀ ਬੜੇ ਪੋਜ਼ਿਟਿਵ ਵਿਚਾਰ ਆਉਂਦੇ ਨੇ। ਉਹਨਾਂ ਦਾ ਕਹਿਣਾ ਆ ਕਿ ਇਹ ਜਿਹੜੇ ਲੋਕ ਨੇ, ਮੈਂ ਇਹਨਾਂ ਨੂੰ ਜਾਣਦਾ ਆ, 300 ਸਾਲ ਤੱਕ ਆਪਣੀਆਂ ਚੀਜ਼ਾਂ ਨੂੰ ਭੁੱਲਦੇ ਨਹੀਂ। ਸੋ ਇਹਨਾਂ ਨਾਲ ਜਿਹੜਾ ਦੁਰਵਿਵਹਾਰ ਨਾ ਕੀਤਾ ਜਾਵੇ। ਦੇਖੋ, ਹੌਲੀ ਹੌਲੀ ਦੇਖੋਗੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਲੀਡਰ BJP ਚੋਂ ਬਗਾਵਤ ਕਰਨਗੇ। ਸਮਾਂ ਇੰਨੀ ਤੇਜ਼ੀ ਨਾਲ ਬਦਲ ਰਿਹਾ, ਅੰਦਰ ਖਾਤੇ ਸਾਨੂੰ ਸਾਰੇ ਅਪਰੋਚ ਕਰਦੇ ਨੇ, ਤੇ ਸਿਰਫ ਇੱਕ ਜੋੜੀ ਹੈ ਮੋਦੀ ਤੇ ਸ਼ਾਹ ਦੀ, ਤੇ ਜਿਹੜੀ ਜਿੱਦ ਫੜੀ ਹੋਈ ਹੈ ਜਿਹਨੇ, ਬਾਕੀ ਕੋਈ ਉਹਨਾਂ ਦੀ ਕੈਬਨਿਟ ਚੋਂ ਅੰਦਰ ਖਾਤੇ ਕੋਈ ਵਿਰੋਧ ਨਹੀਂ ਕਰ ਰਿਹਾ। ਉਹਨਾਂ ਨੂੰ ਇਹਦੇ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਵੀ ਕਾਨੂੰਨ ਬਣਿਆ ਪਿੱਛੋਂ ਵਿਰੋਧ ਪਹਿਲਾਂ ਹੋ ਗਿਆ। ਉਹ ਕਹਿੰਦੇ
ਮੋਦੀ ਹੈ ਤਾਂ ਮੁਮਕਿਨ ਹੈ, ਇਹ ਨਾਰਾ ਦੇ ਬੈਠੇ। ਹੁਣ ਉਹ ਕਹਿੰਦੇ ਵੀ ਇਹ ਤਾਂ ਡਿਕਟੇਟਰ ਹੈ, ਇਹ ਕਿਉਂ ਪਿੱਛੇ ਹਟੇ? ਇਸ ਕਰਕੇ ਇਦਾਂ ਦੀ ਗੱਲਾਂ ਹੁੰਦੀਆਂ, ਹੋਰ ਕੋਈ ਨਹੀਂ। ਜਾਣੀ ਕਿ ਜਿਹੜਾ ਅੰਦਰ ਖਾਤੇ ਵਿਰੋਧ ਹੋ ਰਿਹਾ ਹੈ ਉਹ ਕੁਝ ਦਿਨਾਂ ਤੱਕ ਐਵੇਂ ਲੱਗਦਾ ਹੈ ਵੀ ਕਾਲ ਆਊਗੀ ਕਿਸਾਨ ਅੰਦੋਲਨ ਨੂੰ ਮੀਟਿੰਗ ਦੇ ਲਈ, ਕਿਉਂਕਿ ਇੱਕ ਡੈਡਲੌਕ ਬਣ ਚੁੱਕਿਆ ਆ। ਬਹੁਤ ਕਿਸਾਨ ਵੀ ਹੁਣ ਵੇਟ ਕਰ ਰਹੇ ਨੇ ਵੀ ਇੱਕ ਗੱਲਬਾਤ ਹੋਵੇ ਇਸ ਮੁੱਦੇ ਦੇ ਉੱਤੇ, ਕਿਉਂਕਿ ਸਰਕਾਰ ਦੇ ਉੱਪਰ ਹੁਣ ਜਿਹੜਾ ਇਹਨਾਂ ਰੈਲੀਆਂ ਨੇ, ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਪ੍ਰੈਸ਼ਰ ਵੀ ਬਣਾਇਆ ਹੋਊਗਾ, ਜਿੱਥੇ ਸਾਰੇ ਲੋਕ ਇਕੱਠੇ ਹੋ ਕੇ ਹੁਣ ਫਿਰ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ। ਸਿਰਫ ਇੱਕੋ ਹੀ ਮਸਲਾ ਹੈ, ਕਾਨੂੰਨ ਰੱਦ ਕਰਾਉਣਾ। ਦੇਖੋ, ਇਹ ਅੰਦੋਲਨ ਹੁਣ ਸਿਰਫ ਕਿਸਾਨਾਂ ਤੱਕ ਸੀਮਤ ਨਹੀਂ, ਇਹ ਜਨ ਅੰਦੋਲਨ ਬਣ ਗਿਆ। ਲੋਕਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਵੀ ਜੇ ਇਹ ਕਾਨੂੰਨ ਲਾਗੂ ਹੁੰਦੇ ਨੇ, ਇਕੱਲਾ ਕਿਸਾਨ ਨਹੀਂ, ਹਰ ਵਰਗ ਇਹਦੇ ਨਾਲ ਪ੍ਰਭਾਵਿਤ ਹੋਏਗਾ। ਔਰ ਜਦੋਂ ਕੋਈ ਤੁਸੀਂ ਅੰਦੋਲਨ ਕਰਦੇ ਹੋ ਤਾਂ ਡੈਫੀਨੇਟਲੀ ਤੁਹਾਡੀ ਇੱਛਾ ਹੁੰਦੀ ਹੈ ਵੀ ਇਹਦੇ ਕੋਈ ਨਤੀਜੇ ਅੱਛੇ ਨਿਕਲਣ। ਅਸੀਂ ਚਾਹਾਂਗੇ, ਲੋਕ ਵੀ ਚਾਹੁੰਦੇ ਨੇ, ਕਿਸਾਨ ਵੀ ਚਾਹੁੰਦੇ ਨੇ ਵੀ ਅੱਛੇ ਨਤੀਜੇ ਨਿਕਲਣ। ਔਰ ਇਹ ਕਦੋਂ ਨਿਕਲਦੇ ਨੇ, ਇਹ ਸਰਕਾਰ ਤੇ ਡਿਪੈਂਡ ਕਰਦਾ ਹੁੰਦਾ। ਸਰਕਾਰ ਦੀ ਡਿਊਟੀ ਹੁੰਦੀ ਹੈ ਜਦੋਂ ਲੋਕ ਕੋਈ ਵਿਰੋਧ ਕਰਦੇ ਨੇ ਉਹਦੀ ਬੁਲਾ ਕੇ ਗੱਲ ਸੁਣਨ। ਤੇ ਬਦਕਿਸਮਤੀ ਇਹ ਹੈ ਵੀ ਸਰਕਾਰ ਨੇ ਗੱਲ ਵੀ ਸੁਣੀ, ਮੀਟਿੰਗਾਂ ਵੀ 11 ਕੀਤੀਆਂ। ਉਹਨੂੰ ਜਦੋਂ ਇਹ ਅਹਿਸਾਸ ਹੋਇਆ ਵੀ ਇਸ ਪੰਗਾ ਗਲਤ ਲੈ ਲਿਆ, ਉਹ ਹੁਣ ਰਾਜ ਹੱਟ 'ਚ ਫਸੇ ਹੋਏ ਆ, ਹੋਰ ਕੋਈ ਗੱਲ ਨਹੀਂ। ਇਹਨਾਂ ਵੱਲੋਂ ਬਿਆਨਬਾਜ਼ੀ ਆਉਂਦੀ ਨਰਿੰਦਰ ਤੋਮਰ ਵੱਲੋਂ ਕਿ ਮੈਨੂੰ ਤਾਂ ਜਾਣਕਾਰੀ ਨਹੀਂ ਕਿੰਨੇ ਕਿਸਾਨ ਸ਼ਹੀਦ ਹੋ ਗਏ ਨੇ। ਸੋ ਇੱਕ ਖੇਤੀ ਮੰਤਰੀ ਜਿਹੜਾ ਹੋਵੇ, ਉਹਨੂੰ ਕਿਸਾਨਾਂ ਬਾਰੇ ਜਾਣਕਾਰੀ ਨਾ ਹੋਵੇ ਤਾਂ ਉਹਨੂੰ ਕਾਹਦੀ ਜਾਣਕਾਰੀ ਹੋਵੇ? ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦੇਣਾ। ਉਦੋਂ 70 ਕਿਸਾਨ ਸ਼ਹੀਦ ਹੋ ਚੁੱਕੇ ਸੀ, ਸਾਡੀ ਮੀਟਿੰਗ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ 70 ਕਿਸਾਨ ਸ਼ਹੀਦ ਹੋ ਗਏ ਤੇ ਤੁਹਾਨੂੰ ਪੂਰਾ ਖਿਆਲ ਨਹੀਂ, ਤੁਸੀਂ ਉਹਨਾਂ ਬਾਰੇ ਇੱਕ ਸ਼ਬਦ ਨਹੀਂ ਤੁਸੀਂ ਬੋਲਦੇ, ਤੁਸੀਂ ਕਿੰਨੇ ਹੋਰ ਕਿਸਾਨਾਂ ਦੀ ਬਲੀ ਲੈਣਾ ਚਾਹੁੰਦੇ ਹੋ? ਉਹ ਨਹੀਂ ਬੋਲੇ। ਉਹ ਤੇ ਅਗਲੀ ਮੀਟਿੰਗ 'ਚ ਜਾਣ ਬੁੱਝ ਕੇ ਫੈਸਲਾ ਕਰਕੇ ਅਸੀਂ ਜਾ ਕੇ ਬੈਠੇ ਪਿੱਛੋਂ। ਅਸੀਂ ਕਿਹਾ ਜੀ ਅਸੀਂ ਮੀਟਿੰਗ ਬਾਅਦ ਸ਼ੁਰੂ ਕਰਨੀ ਹੈ, ਤੁਸੀਂ ਨਹੀਂ ਕੁਝ ਕਰਨਾ, ਅਸੀਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ। ਅਸੀਂ ਖੜੇ ਹੋ ਕੇ ਜਦੋਂ ਸ਼ਰਧਾਂਜਲੀ ਦੇਣ ਲੱਗੇ, ਅੱਧਾ ਮਿੰਟ ਬੈਠੇ ਰਹੇ, ਅੱਧੇ ਮਿੰਟ ਦੇ ਬਾਅਦ ਤਿੰਨੇ ਚਾਰੇ ਮੰਤਰੀ, ਉਹਨਾਂ ਦੇ ਅਫਸਰ ਖੜੇ ਹੋ ਕੇ ਸਾਡੇ ਨਾਲ ਸ਼ਾਮਲ ਹੋਏ। ਉਹਨਾਂ ਦੀ ਤਾਂ ਜਿਹੜੀ ਮਾਨਸਿਕਤਾ ਹੈ ਉਹ ਤੁਸੀਂ ਅੱਛੀ ਤਰ੍ਹਾਂ ਸਮਝਦੇ ਹੋ। ਉਹ ਕਿਸਾਨ ਨਾਲ ਉਹਨਾਂ ਨੂੰ ਕੋਈ ਪਿਆਰ ਨਹੀਂ। ਲੋਕ ਉਹ ਕੁਰਸੀ ਨੂੰ ਪਰਨਾਏ ਲੋਕ ਨੇ। ਜਿਹੜਾ ਇਹਨਾਂ ਦੇ ਅੰਬਾਨੀ ਦੇ ਜਿਹੜਾ ਘਰ ਹੈਗਾ, ਉਹਦੇ ਅੱਗਿਓਂ ਇੱਕ ਗੱਡੀ ਫੜੀ ਜਾਂਦੀ ਹੈ, ਉਹਦੇ ਚ ਸਮੱਗਰੀ ਫੜੀ ਜਾਂਦੀ ਹੈ ਇਹੋ ਜੀ, ਕੀ ਲੱਗਦਾ ਹੈ ਵੀ ਉਹਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਤਾਂ ਨਹੀਂ ਚੱਲ ਰਹੀਆਂ? ਨਹੀਂ, ਸਾਡੇ ਉਹ ਮਹਾਰਾਸ਼ਟਰ 'ਚ ਗੱਡੀ ਫੜੀ ਗਈ, ਸਾਡਾ ਉਹਦੇ ਨਾਲ ਕੀ ਸੰਬੰਧ ਹੈ? ਕਿਸਾਨੀ ਅੰਦੋਲਨ ਨਾਲ ਕੀ ਸੰਬੰਧ ਹੋਊਗਾ? ਉਹ ਚਾਹੁੰਦੇ ਹੁਣ ਵੀ ਅਸੀਂ ਇਹਨੂੰ ਜੋੜ ਕੇ ਤੇ ਅੰਦੋਲਨ ਨੂੰ ਖਤਮ। ਪੀਸਫੁਲ ਸੀ ਐਜੀਟੇਸ਼ਨ, ਪੀਸਫੁਲ ਹੈ, ਪੀਸਫੁਲ ਰਹੇਗੀ। ਸਰਕਾਰ ਆਪਣੀ ਸਾਜ਼ਿਸ਼ ਕੋਈ ਘੜਦੀ ਹੈ, ਕੁਝ ਜੋ ਕੁਝ ਕਰਦੀ ਹੈ ਉਹ ਜਾਣੇ, ਉਹਨਾਂ ਨੂੰ ਪੁੱਛੋ। ਅਸੀਂ ਇਦਾਂ ਦਾ ਕੁਝ ਨਹੀਂ ਕਰਦੇ। ਤੁਸੀਂ ਬੰਗਾਲ ਵਿੱਚ ਵੀ ਗਏ ਹੋ, ਬੰਗਾਲ ਦੇ ਵਿੱਚ ਰਿਸਪੌਂਸ ਕਿਵੇਂ ਦਾ ਰਿਹਾ? ਕਿੰਨਾ ਕੁ ਜਿਹੜਾ ਤੁਹਾਡਾ ਇੱਕ ਸੀਗਾ ਵੀ ਬੀਜੇਪੀ ਨੂੰ ਨੋ ਵੋਟ, ਜਿਹੜਾ ਤੁਸੀਂ ਸਲੋਗਨ ਲੈ ਕੇ ਗਏ ਸੀਗੇ, ਕਿੰਨਾ ਕੁ ਲੋਕਾਂ ਨੇ ਉੱਥੇ ਹੁੰਗਾਰਾ? ਬਹੁਤ ਤਕੜਾ ਰਿਸਪੌਂਸ ਹੈ। ਅਸੀਂ ਜਿੱਦਣ ਸ਼ੁਰੂ ਕੀਤਾ ਅਸੀਂ ਖੁਦ ਹੈਰਾਨ ਸੀ ਵੀ ਜਦੋਂ ਅਸੀਂ ਉੱਥੇ ਜਲੂਸ ਸ਼ੁਰੂ ਕੀਤਾ, 2 ਟਰੈਕਟਰਾਂ ਨਾਲ ਸ਼ੁਰੂ ਕੀਤਾ, ਪਤਾ ਨਹੀਂ ਜਨਤਾ ਕਿੱਥੋਂ ਨਿਕਲ ਕੇ ਆ ਗਈ। ਦੁਕਾਨਾਂ ਬੰਦ ਕਰ ਕਰਕੇ ਦੂਰ ਤੱਕ ਨਿਗਾਹ ਨਹੀਂ ਸੀ ਜਾਂਦੀ, ਜਿੱਥੇ ਤੱਕ ਜਲੂਸ ਸੀ ਲੋਕੀ ਉੱਥੇ ਆ ਗਏ ਸੀ। ਤੋ ਇਹ ਸੰਕੇਤ ਹੈ ਵੀ ਜਿਵੇਂ ਲੋਕੀ ਉਡੀਕਦੇ ਸੀ। ਉਹ ਤੋਂ ਬਾਅਦ ਅਸੀਂ ਉੱਥੋਂ ਇੱਕ ਚਿੱਠੀ ਜਾਰੀ ਕੀਤੀ ਹੈ ਜਿਹੜੇ ਮੋਰਚੇ 'ਚ ਬੈਠੇ ਕਿਸਾਨ ਨੇ, ਇਹਨਾਂ ਵੱਲੋਂ ਉੱਥੇ ਦੇ ਕਿਸਾਨਾਂ ਦੇ ਨਾਲ। ਉਹਦਾ ਰਿਸਪੌਂਸ ਟਰਮੈਂਡਸ ਰਿਸਪੌਂਸ ਹੈ। ਅੱਜ ਸਥਿਤੀ ਇਹ ਹੈ, ਓਪਨ ਸੀਕਰਟ ਹੈ ਵੀ 2 ਉਹਨਾਂ ਦੇ ਕੈਂਡੀਡੇਟ ਭੱਜ ਗਏ ਇਲੈਕਸ਼ਨ ਲੜਨ ਤੋਂ, ਕੰਪੇਨ 'ਚੋਂ ਪਿੱਛੇ ਹਟ ਗਏ। ਅਮਿਤ ਸ਼ਾਹ ਨੂੰ ਕਿਸਾਨਾਂ ਨੇ ਆ ਕੇ ਨਾਅਰੇ ਮਾਰਨ ਲੱਗ ਪਏ, ਉਹ ਸਟੇਜ ਛੱਡ ਕੇ ਭੱਜ ਤੁਰਿਆ, ਡਿੱਗ ਪਿਆ। ਤੋ ਇਹੀ ਇੰਡੀਕੇਸ਼ਨ ਹੈ ਵੀ ਲੋਕੀ ਕੀ ਸੋਚਦੇ ਆ। ਤੁਸੀਂ ਅਮਿਤ ਤੇ ਮੋਦੀ ਦੀ ਜੋੜੀ ਬਾਰੇ ਕਿਹਾ ਹੈਗਾ, ਕੀ ਲੱਗਦਾ ਹੈ ਇਹ ਜੋੜੀ ਦੇ ਉੱਤੇ ਪ੍ਰੈਸ਼ਰ ਜਿਹੜਾ ਕਾਰਪੋਰੇਟਾਂ ਦਾ ਆ, ਤਾਂ ਕਰਕੇ ਇਹ ਗੱਲ ਨਹੀਂ ਮੰਨਦੇ? ਕਿਉਂਕਿ ਹਾਲਾਂਕਿ ਬੀਜੇਪੀ ਦੇ ਅੰਦਰ ਖਾਤੇ ਤੁਸੀਂ ਕਿਹਾ ਹੈ ਵੀ ਕਾਫੀ ਕੁਝ ਚੱਲ ਰਿਹਾ ਹੈ, ਬੀਜੇਪੀ ਦੀ ਗੱਲ ਨਾ ਸੁਣ ਕੇ ਇਹ ਸਿਰਫ ਕਾਰਪੋਰੇਟਾਂ ਦੀ ਗੱਲ ਸੁਣ। ਬਿਲਕੁਲ ਇਹਦੇ 'ਚ ਕੋਈ ਭੁਲੇਖਾ ਨਹੀਂ। ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖੋ, ਅੱਜ ਤੱਕ ਹੁਣ ਜੋ ਕੁਝ ਕੀਤਾ ਹੈ। ਇਸ ਬਜਟ ਵਿੱਚ 100 PSU 100 ਕੰਪਨੀਆਂ ਸਰਕਾਰੀ, ਉਹਨਾਂ ਨੂੰ ਵੇਚਣ ਦੀ ਲਿਸਟ ਨਾਲ ਲਾਤੀ। ਇੱਕ ਇੱਕ ਕਰਕੇ ਸਭ ਵੇਚ ਰਹੇ ਨੇ। ਜਿਹੜੀਆਂ PSUs ਮੁਨਾਫੇ 'ਚ ਨੇ, LIC ਮੁਨਾਫੇ 'ਚ, ਉਹਨੂੰ ਵੇਚਿਆ ਜਾ ਰਿਹਾ। ਤੇ ਔਰ 3.5 ਸਾਲ ਜਿਹੜੇ ਬਾਕੀ ਰਹਿ ਗਏ, ਇਹਦੇ ਵਿੱਚ ਮੋਦੀ ਦਾ ਏਜੰਡਾ ਹੈ ਵੀ ਉਹਨੇ ਸਿਰਫ 4 ਮਹਿਕਮੇ ਰੱਖਣੇ, ਬਾਕੀ ਸਭ ਕੁਝ ਪ੍ਰਾਈਵੇਟ ਕਰ ਦੇਣਾ। ਔਰ ਤੁਸੀਂ ਦੇਖੋ, ਤੇਲ ਸੈਕਟਰ 'ਚ ਅੰਬਾਨੀ, ਡਿਫੈਂਸ ਸੈਕਟਰ 'ਚ ਅਬਾਨੀ, ਕਮਿਊਨੀਕੇਸ਼ਨ 'ਚ ਅਬਾਨੀ, ਕੋਲ ਸੈਕਟਰ 'ਚ ਅਡਾਨੀ, ਰੇਲਵੇ 'ਚ ਅਡਾਨੀ, ਹਵਾਈ ਅੱਡਿਆਂ 'ਚ ਅਬਾਨੀ, ਬੰਦਰਗਾਹਾਂ 'ਚ ਅਡਾਨੀ, ਤੇ ਹੁਣ ਖੇਤੀ ਸੈਕਟਰ ਰਹਿ ਗਿਆ, ਇਹਦੇ ਤੇ ਉਹ ਆ ਗਏ। ਤਾਂ ਉਹ ਤਾਂ ਸਾਰੀ ਚੀਜ਼ਾਂ ਪ੍ਰਾਈਵੇਟ ਕਰਨ ਨੂੰ ਤੁਰੇ ਫਿਰਦੇ ਆ।
ਇਹ ਅਸੀਂ ਇਹਨਾਂ ਦੇ ਬਾਰੇ ਤਾਂ ਗੱਲਬਾਤ ਕਰ ਲਈ ਹੈ, ਪਰੰਤੂ ਜੇ ਅਸੀਂ ਗੱਲ ਕਰਦੇ ਹਾਂ ਵੀ ਇਹਨਾਂ ਅੰਬਾਨੀਆਂ ਅਡਾਨੀਆਂ ਨੂੰ, ਜਿਵੇਂ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਜੋ ਰਾਜ ਆਇਆ ਸੀਗਾ, ਜਦੋਂ ਚੌਲ ਜਿਹੜੇ ਸੀਗੇ ਬਹੁਤ ਵੱਧ ਕੀਮਤ ਤੇ ਦਿੱਤੇ ਜਾਂਦੇ ਸੀ, 112 ਸੀ 1 ਰੁਪਏ ਦੇ ਮਿਲਦੇ ਸੀਗੇ, ਤੇ ਕਾਲ ਪੈਨ ਤੇ ਉਹ ਵਧਾ ਕੇ 1 ਰੁਪਏ ਦੇ 3 ਸੇਰ ਜਾਂ 4 ਸੇਰ ਦਿੱਤੇ ਜਾਂਦੇ ਸੀਗੇ। ਹੁਣ ਉਹੀ ਹਾਲਾਤ ਫਿਰ ਇੱਥੇ ਹੋਣ ਨੂੰ ਤਿਆਰ ਨੇ। ਇੱਕ ਸਾਨੂੰ ਸਮਝਣਾ ਪਏਗਾ, ਵਰਲਡ ਵਾਈਡ ਜਿਹੜਾ ਕਾਰਪੋਰੇਟ ਨੇ ਉਹ ਕਿਸੇ ਦੇ ਸਕੇ ਨਹੀਂ ਹੁੰਦੇ। ਉਹਨਾਂ ਦਾ ਮੰਤਵ ਸਿਰਫ ਤੇ ਸਿਰਫ ਮੁਨਾਫਾ ਕਮਾਉਣਾ ਹੁੰਦਾ ਹੈ। ਜੇ ਅੱਜ $12 ਬਿਲੀਅਨ ਦਾ ਇਹ ਬਿਜ਼ਨਸ ਹੈ ਖੇਤੀ 'ਚ, ਜਦੋਂ ਇਹ ਰਿਪੋਰਟਸ ਬੜੀਆਂ ਨੰਗੀਆਂ ਚਿੱਟੀਆਂ ਆ ਰਹੀਆਂ ਵੀ ਆਉਣ ਵਾਲੇ 25-30 ਸਾਲ ਦੁਨੀਆ 'ਚ ਕਲਾਈਮੇਟ ਚੇਂਜ ਦੀ ਵਜ੍ਹਾ ਕਰਕੇ ਫੂਡ ਸ਼ਾਰਟੇਜ ਰਹਿਣੀ ਹੈ, ਫਿਰ ਕਾਰਪੋਰੇਟ ਹਾਊਸਿਸ ਨੇ ਸੋਚਿਆ, ਦੁਨੀਆ 'ਚ ਉਹ ਜ਼ਮੀਨ ਵਾਲੇ ਪਾਸੇ ਨੂੰ ਭੱਜ ਰਹੇ ਨੇ। ਬਿਲ ਗੇਟਸ ਨੇ 3.25 ਲੱਖ ਏਕੜ ਜ਼ਮੀਨ ਹੁਣ ਖਰੀਦ ਲਈ ਅਮਰੀਕਾ 'ਚ, ਤੇ ਵਾਲਮਾਰਟ 80% ਜ਼ਮੀਨ ਦਾ ਮਾਲਕ ਹੈ ਅਮਰੀਕਾ ਦੀ। ਤੋ ਜਿੰਨੇ ਕਾਰਪੋਰੇਟ ਹਾਊਸਿਸ ਨੇ ਇਹੀ ਚਾਹੁੰਦੇ ਨੇ ਵੀ ਇਹ ਸੈਕਟਰ ਸਾਡੇ ਹੱਥ 'ਚ ਆ ਜਾਏ। ਉਹ ਆਪਣੇ ਗੋਦਾਮਾਂ ਵਿੱਚ ਅਨਾਜ ਜਮ੍ਹਾਂ ਕਰਨਗੇ, ਆਪਣੀ ਮਰਜ਼ੀ ਨਾਲ ਵੇਚਣਗੇ, ਲੋਕੀ ਬਾਹਰ ਭੁੱਖੇ ਮਰਨ। ਉਹਨਾਂ ਨੂੰ ਇਹਦੇ ਨਾਲ ਇਹ ਹੁੰਦਾ ਹੀ ਨਹੀਂ, ਕਿਸੇ ਨੂੰ ਕਾਰਪੋਰੇਟ ਨੂੰ ਇਦਾਂ ਦਾ ਜਿਹੜੀਆਂ ਲੋਕਾਂ ਦੀ ਹਾਲਾਤ ਤੋਂ ਇਮਿਊਨ ਹੁੰਦੇ ਨੇ। ਇਸ ਕਰਕੇ ਉਹਨਾਂ ਨੇ ਮੁਨਾਫਾ, ਉਹਨਾਂ ਦਾ ਧਰਮ ਹੁੰਦਾ, ਮੁਨਾਫਾ ਕਮਾਉਂਦੇ ਨੇ। ਉਦੋਂ ਲੋਕੀ ਸਾਰੇ ਪਤਾ ਲੱਗੇਗਾ ਸਾਰਿਆਂ ਨੂੰ ਵੀ ਕੀ ਹੋ ਗਿਆ। ਸੂਬੇ ਦੇ ਹੱਕ ਖੋਣ ਦੀ ਗੱਲ ਹੋਈ, ਦਿੱਲੀ ਦੇ ਵਿੱਚ ਇੱਕ ਕਾਨੂੰਨ ਪਾਸ ਕਰ ਦਿੱਤਾ ਕਿ ਦਿੱਲੀ ਦੇ ਲਈ ਕਿ ਜਿੰਨੇ ਵੀ ਕੋਈ ਵੀ ਫੈਸਲਾ ਲੈਣਾ ਹੋਊਗਾ ਉਹ ਉਪ ਰਾਜਪਾਲ ਦੀ ਸਹਿਮਤੀ ਦੇ ਨਾਲ ਹੋਊਗਾ। ਕੀ ਲੱਗਦਾ ਹੈ ਕਿ ਇਹੀ ਡਾਕੇ ਜਿਹੜੇ ਪੰਜਾਬ ਜਾਂ ਬਾਕੀ ਹੋਰਨਾਂ ਸੂਬਿਆਂ ਤੇ ਵੱਜ ਰਹੇ ਨੇ? ਦੇਖੋ, ਇਹ ਅਫਸੋਸ ਦੀ ਗੱਲ ਹੈ ਕਿ ਪੋਲੀਟੀਕਲ ਪਾਰਟੀਆਂ ਦਾ ਮੁੱਦਾ ਉਹਨਾਂ ਨੂੰ ਲੜਨਾ ਚਾਹੀਦਾ। ਵੱਧ ਅਧਿਕਾਰਾਂ ਦਾ ਮੁੱਦਾ ਇਹੀ ਸੀ। ਤੇ ਹੁਣ ਆ ਜਿਹੜੇ ਕਾਨੂੰਨ ਬਦਲੇ, ਅਸੀਂ ਸਾਹਮਣੇ ਬਿਠਾ ਕੇ ਸਰਕਾਰ ਨੂੰ ਕਿਹਾ ਵੀ ਕਨਸਟੀਟਿਊਸ਼ਨ ਦੀ 7th ਸ਼ਡਿਊਲ 'ਚ ਜਿਹੜੀ ਸਟੇਟ ਲਿਸਟ ਆ ਉਹਦੇ 'ਚ 12 ਨੰਬਰ ਤੇ ਐਗਰੀਕਲਚਰ ਹੈ, 18 ਨੰਬਰ ਤੇ ਮਾਰਕੀਟਿੰਗ ਹੈ। ਤੁਸੀਂ ਬਣਾਇਆ ਕਾਨੂੰਨ ਕੰਕਰੈਂਟ ਲਿਸਟ 'ਚੋਂ 33 ਨੰਬਰ ਤੇ। 33 ਨੰਬਰ 'ਚ ਹੈਗਾ ਫੂਡ ਸਟੱਫ ਅਸੀਂ ਪੈਦਾ ਨਹੀਂ ਕਰਦੇ, ਅਸੀਂ ਫੂਡ ਗ੍ਰੇਨ ਪੈਦਾ ਕਰਦੇ ਹਾਂ, ਕਣਕ ਪੈਦਾ ਕਰਦੇ ਹਾਂ, ਆਟਾ ਨਹੀਂ ਪੈਦਾ ਕਰਦੇ। ਆਟਾ ਬਾਅਦ 'ਚ ਬਣਦਾ। ਅਸੀਂ ਝੋਨਾ ਪੈਦਾ ਕਰਦੇ ਹਾਂ, ਚੌਲ ਬਾਅਦ 'ਚ ਨਿਕਲਦੇ ਨੇ। ਚੌਲ ਫੂਡ ਸਟੱਫ ਹੈ, ਆਟਾ ਫੂਡ ਸਟੱਫ ਹੈ, ਅਸੀਂ ਫੂਡ ਗ੍ਰੇਨ ਪੈਦਾ ਕਰਦੇ ਹਾਂ। ਜਿਹੜਾ ਉਹਨਾਂ ਨੇ ਐਕਟ ਬਣਾਇਆ ਉਹ ਟ੍ਰੇਡਿੰਗ ਵਾਸਤੇ ਬਣਾਇਆ। ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੇ ਸਟੇਟ ਦੇ ਕੰਮ ਦੇ ਵਿੱਚ ਦਖਲ ਦੇ ਕੇ, ਗਲਤ ਦਖਲ ਅੰਦਾਜ਼ੀ ਕਰਕੇ, ਜਿਹੜਾ ਸਟੇਟਾਂ ਦਾ ਅਧਿਕਾਰ ਹੈ ਕਾਨੂੰਨ ਬਣਾਉਣਾ ਖੇਤੀ ਤੇ, ਉਹਦੇ 'ਚ ਸਿੱਧਾ ਦਖਲ ਦਿੱਤਾ ਹੈ। ਇਹ ਉਹਨਾਂ ਦੀ ਫੈਡਰਲ ਸਿਸਟਮ ਦੀ ਉਲੰਘਣਾ ਹੈ। ਜਿਵੇਂ ਕਿ ਪੱਕੀ ਸੰਨ ਲੱਗ ਚੁੱਕੀ ਹੈ। ਇਹ ਬੜੀ ਸਪਸ਼ਟ ਹੈ, ਅਸੀਂ ਤਾਂ ਬੜੇ ਸਪਸ਼ਟ ਹਾਂ। ਫਿਰ ਉਹਨਾਂ ਕੋਲ ਜਵਾਬ ਕੋਈ ਨਹੀਂ ਇਸ ਗੱਲ ਦਾ। ਬਸ ਬਹੁਤ ਸਾਰੇ ਲੋਕ ਕਹਿੰਦੇ ਨੇ ਅਮੈਂਡਮੈਂਟਸ ਕਿਉਂ ਨਹੀਂ ਮੰਨਦੇ। ਅਮੈਂਡਮੈਂਟਸ ਮੰਨ ਲਓ, ਕਾਨੂੰਨ ਤਾਂ ਰਹਿ ਗਿਆ। ਇਹਦਾ ਮਤਲਬ ਅੱਜ ਇੱਕ ਕਾਨੂੰਨ ਵਾਸਤੇ ਮੰਨ ਲਓ 100 ਕਾਨੂੰਨ ਫਿਰ ਕੱਲ ਨੂੰ ਆਊ। ਗੱਲ ਸਹਿ ਦੀ ਨਹੀਂ, ਪਏ ਦੀ ਹੈ। ਬਿਲਕੁਲ। ਇਹ ਸਨ ਸਾਡੇ ਨਾਲ ਬਲਬੀਰ ਸਿੰਘ ਰਾਜੇਵਾਲ, ਜਿਨ੍ਹਾਂ ਨੇ ਕਿਹਾ ਹੈ ਕਿ ਬਹੁਤ ਵੱਡਾ ਜਿਹੜਾ ਹੁੰਗਾਰਾ ਆ ਮਿਲ ਰਿਹਾ, ਤੇ ਹੁਣ ਸਿਰਫ ਤੇ ਸਿਰਫ ਕੰਸੈਂਟਰੇਸ਼ਨ ਹੈਗੀ ਆ ਕਾਨੂੰਨਾਂ ਨੂੰ ਰੱਦ ਕਰਾਉਣ ਦੀ, ਤੇ ਜਲਦੀ ਹੀ ਸਰਕਾਰ ਵੀ ਇਸ ਤੇ ਗੱਲਬਾਤ ਜ਼ਰੂਰ ਕਰੇਗੀ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਅਲਜਿੰਦਰ ਦੇ ਨਾਲ ਪਵਿੰਦਰ ਕੌਰ।